ਪਿਆਰੇ ਵਿਦਿਆਰਥੀਓ, ਅੱਜ ਮੈਂ ਡਾਕਟਰ ਰਮਨ ਸ਼ਰਮਾ ਤੁਹਾਡੇ ਨਾਲ ਜਿਸ ਪੰਜਾਬੀ ਸਾਹਿਤ ਰੂਪ ਬਾਰੇ ਚਰਚਾ ਕਰਨ ਲੱਗਾ ਹਾਂ ਉਹ ਹੈ ਇਕਾਂਗੀ। ਸਾਹਿਤ ਨੂੰ ਸਮਾਜ ਦੇ ਸ਼ੀਸ਼ੇ ਵਜੋਂ ਜਾਣਿਆ ਜਾਂਦਾ ਹੈ ਅਤੇ ਇਸੇ ਸਦਕਾ ਜਿਹੜੇ ਸਾਹਿਤ ਦੇ ਰੂਪ ਨੇ ਅਤੇ ਉਸ ਵਿੱਚ ਨਿਭਾਏ ਜਾਂਦੇ ਵਿਸ਼ੇ ਨੇ ਉਹ ਸਮੇਂ ਅਤੇ ਸਥਾਨ ਦੇ ਵਿੱਚ ਆਪਣਾ ਪੈਂਡਾ ਤੈਅ ਕਰਦੇ ਨੇ। ਇਕਾਂਗੀ ਵੀ ਇੱਕ ਅਜਿਹਾ ਹੀ ਸਾਹਿਤ ਰੂਪ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਵਨ ਐਕਟ ਪਲੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਹੈ ਇੱਕ ਅੰਗ ਵਾਲਾ ਜਾਂ ਇੱਕ ਅੰਕ ਵਾਲਾ ਕਾਰਜ। ਪੂਰੇ ਨਾਟਕ ਵਿੱਚ ਆਮ ਤੌਰ 'ਤੇ 3 ਜਾਂ 5 ਅੰਕ ਹੁੰਦੇ ਹਨ, ਪਰ ਇਕਾਂਗੀ ਵਿੱਚ ਕੇਵਲ ਇੱਕ ਅੰਕ ਹੁੰਦਾ ਹੈ। ਇਸ ਵਿੱਚ ਪੂਰੀ ਜ਼ਿੰਦਗੀ ਦੀ ਥਾਂ ਜੀਵਨ ਦੇ ਕਿਸੇ ਇੱਕ ਪਹਿਲੂ, ਕਿਸੇ ਇੱਕ ਛਿਣ ਜਾਂ ਨਿੱਕੀ ਜਿਹੀ ਘਟਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਸ਼ੁਰੂ ਵਿੱਚ ਇਕਾਂਗੀ ਦਾ ਨਾਂ ਪਰਦਾ ਉਠਾਊ ਜਾਂ ਅੰਗਰੇਜ਼ੀ ਵਿੱਚ ਕਰਟਨ ਰੇਜ਼ਰ ਰੱਖਿਆ ਗਿਆ। ਆਖਿਆ ਜਾਂਦਾ ਹੈ ਕਿ ਲੰਡਨ ਵਿੱਚ ਮੁੱਖ ਮਹਿਮਾਨ ਨੂੰ ਉਡੀਕਦਿਆਂ ਪੂਰੇ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਪਰਦਾ ਉਠਾਊ ਜਾਂ ਇਕਾਂਗੀ ਦਾ ਫਿਲਮਾਂਕਨ ਜਾਂ ਉਸ ਦੀ ਪੇਸ਼ਕਾਰੀ ਕੀਤੀ ਜਾਂਦੀ ਸੀ। ਅਤੇ ਇੱਕ ਵਾਰ ਅਜਿਹੀ ਘਟਨਾ ਵਾਪਰੀ ਕਿ ਲੰਡਨ ਵਿੱਚ ਪੂਰੇ ਨਾਟਕ ਤੋਂ ਪਹਿਲਾਂ ਮੁੱਖ ਮਹਿਮਾਨ ਦੀ ਉਡੀਕ ਕਰਦਿਆਂ ਇੱਕ ਇਕਾਂਗੀ ਮੰਕੀਜ਼ ਪਾ ਭਾਵ ਬਾਂਦਰ ਦਾ ਪੰਜਾ ਖੇਡਿਆ ਗਿਆ ਅਤੇ ਦਰਸ਼ਕਾਂ ਦੀ ਮਨੋਸਥਿਤੀ ਇੰਨੀ ਆਨੰਦਿਤ ਹੋ ਉੱਠੀ ਕਿ ਉਹ ਪੂਰਾ ਨਾਟਕ ਦੇਖੇ ਬਿਨਾਂ ਹੀ ਚਲੇ ਗਏ। ਜੇਕਰ ਇਸ ਦੀਆਂ ਪਰਿਭਾਸ਼ਾਵਾਂ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਇਸ ਨੂੰ ਬਹੁਤ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਲਫ਼ਜ਼ਾਂ ਦੇ ਵਿੱਚ ਪਰਿਭਾਸ਼ਿਤ ਕੀਤਾ ਹੈ। J.A. ਕੁਡਨ ਨੇ ਇਕਾਂਗੀ ਬਾਰੇ ਲਿਖਦਿਆਂ ਕਿਹਾ ਹੈ ਕਿ ਇਕਾਂਗੀ ਨਿੱਕੀ ਕਹਾਣੀ ਦਾ ਨਾਟਕੀ ਰੂਪ ਹੈ ਅਤੇ ਇਹ ਨਿੱਕੀ ਜਿਹੀ ਸਥਿਤੀ ਜਾਂ ਘਟਨਾ ਉੱਤੇ ਕੇਂਦਰਿਤ ਹੁੰਦਾ ਹੈ। ਇਸ ਵਿੱਚ ਆਮ ਕਰਕੇ 2 ਜਾਂ 3 ਪਾਤਰ ਹੁੰਦੇ ਹਨ। ਇਸੇ ਤਰੀਕੇ ਦੇ ਨਾਲ ਹਿੰਦੀ ਦੇ ਪ੍ਰਸਿੱਧ ਵਿਦਵਾਨ ਡਾਕਟਰ ਨਾਗਿੰਦਰ ਦਾ ਕਹਿਣਾ ਹੈ ਕਿ ਇਕਾਂਗੀ ਨਾਟਕ ਵਿੱਚ ਇੱਕ ਅੰਕ ਵਾਲੇ ਨਾਟਕ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਜੀਵਨ ਦੇ ਵਿਸ਼ਾਲ ਵਿਸ਼ਲੇਸ਼ਣ ਦੀ ਥਾਂ ਜੀਵਨ ਦੇ ਕਿਸੇ ਇੱਕ ਪੱਖ ਜਾਂ ਇੱਕ ਮਹੱਤਵਪੂਰਨ ਘਟਨਾ ਦਾ ਚਿੱਤਰਣ ਹੁੰਦਾ ਹੈ। ਇਕਾਂਗੀ ਦੇ ਤੱਤਾਂ ਬਾਰੇ ਗੱਲ ਕਰਦਿਆਂ ਸਭ ਤੋਂ ਅਹਿਮ ਕਿ ਇਹ ਮੰਨਦੇ ਹਾਂ ਕਿ ਇਕਾਂਗੀ ਇਹਨਾਂ ਤੱਤਾਂ ਦੇ ਸੁਮੇਲ ਤੋਂ ਸੰਯੋਜਨ ਤੋਂ ਮਿਲ ਕੇ ਹੀ ਆਪਣਾ ਉਹ ਅਮਲੀ ਜਾਮਾ ਧਾਰਨ ਕਰਦੀ ਹੈ। ਇਹ ਤੱਤ ਹਨ ਵਿਸ਼ਾ ਵਸਤੂ, ਪਲਾਟ ਜਾਂ ਗੋਂਦ, ਪਾਤਰ ਚਿੱਤਰਨ, ਵਾਰਤਾਲਾਪ, ਵਾਤਾਵਰਨ, ਭਾਸ਼ਾ ਅਤੇ ਸ਼ੈਲੀ, ਉਦੇਸ਼ ਜਾਂ ਮੰਤਵ ਅਤੇ ਸਭ ਤੋਂ ਅਹਿਮ ਰੰਗਮੰਚ। ਹੁਣ ਇਹਨਾਂ ਬਾਰੇ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ ਕਿ ਵਿਸ਼ਾ ਵਸਤੂ ਕੀ ਹੁੰਦਾ ਹੈ। ਇਕਾਂਗੀ ਦੇ ਸੰਬੰਧ ਦੇ ਵਿੱਚ ਜਦੋਂ ਆਪਾਂ ਵਿਸ਼ੇ ਵਸਤੂ ਦੀ ਗੱਲ ਕਰਦੇ ਹਾਂ ਕਿ ਇਕਾਂਗੀ ਵਿੱਚ ਜੀਵਨ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਕਾਂਗੀਕਾਰ ਨੂੰ ਵਿਸ਼ੇ ਦੀ ਚੋਣ ਕਰਦਿਆਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਵਿਸ਼ਾ ਅਜਿਹਾ ਹੋਵੇ ਜਿਹੜਾ ਸੀਮਤ ਸਮੇਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਘਾੜਿਆ ਜਾ ਸਕੇ ਅਤੇ ਜਿਸ ਵਿੱਚ ਪਾਠਕ ਜਾਂ ਦਰਸ਼ਕ ਨੂੰ ਹਲੂਣਨ ਦੀਆਂ ਸੰਭਾਵਨਾਵਾਂ ਤੀਬਰ ਹੋਣ। ਦੂਸਰਾ ਅਹਿਮ ਤੱਤ ਹੈ ਪਲਾਟ ਜਾਂ ਗੋਂਦ। ਪਲਾਟ ਜਾਂ ਗੋਂਦ ਨੂੰ ਰਚਨਾ ਦਾ ਪ੍ਰਾਣ ਤੱਤ ਵੀ ਆਖਿਆ ਜਾਂਦਾ ਹੈ ਜਾਂ ਇਸ ਦੀ ਇੱਕ ਤਰਤੀਬਬੱਧ ਪੇਸ਼ਕਾਰੀ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਤੋਂ ਬਿਨਾਂ ਇਕਾਂਗੀ ਦਾ ਢਾਂਚਾ ਖੜਾ ਹੀ ਨਹੀਂ ਕੀਤਾ ਜਾ ਸਕਦਾ। ਇਕਾਂਗੀ ਵਿੱਚ ਕਿਉਂਕਿ ਜੀਵਨ ਦੀ ਕਿਸੇ ਇੱਕ ਝਾਕੀ ਨੂੰ ਹੀ ਪੇਸ਼ ਕਰਨਾ ਹੁੰਦਾ ਹੈ ਅਤੇ ਜਿਸ ਲਈ ਗੋਂਦ ਬਹੁਤ ਸੀਮਤ ਹੁੰਦੀ ਹੈ।
ਆਮ ਤੌਰ 'ਤੇ ਇਸ ਦਾ ਸਾਰਾ ਕਾਰਜ 15 ਮਿੰਟ ਤੋਂ ਲੈ ਕੇ 40 ਮਿੰਟ ਤੱਕ ਸਮਾਪਤ ਹੋਣਾ ਚਾਹੀਦਾ ਹੈ। ਘਟਨਾਵਾਂ ਪ੍ਰਭਾਵਸ਼ਾਲੀ, ਸੁਭਾਵਿਕ, ਸੰਕੇਤਕ ਹੋਣੀਆਂ ਚਾਹੀਦੀਆਂ ਹਨ। ਘਟਨਾਵਾਂ ਦੀ ਵਿਉਂਤ ਕਰਨ ਲੱਗੇ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਹੀ ਇਕਾਂਗੀ ਨੂੰ ਸਫਲਤਾ ਪ੍ਰਦਾਨ ਕਰਦੀ ਹੈ। ਅਗਲਾ ਅਹਿਮ ਤੱਤ ਹੈ ਪਾਤਰ ਚਿੱਤਰਨ। ਇਕਾਂਗੀ ਦੇ ਆਕਾਰ ਤੇ ਸੁਭਾਅ ਦੇ ਅਨੁਸਾਰ ਪਾਤਰਾਂ ਦੀ ਗਿਣਤੀ ਸੀਮਤ ਹੋਣੀ ਚਾਹੀਦੀ ਹੈ। ਆਮ ਤੌਰ 'ਤੇ ਇਕਾਂਗੀ ਦੇ ਪਾਤਰਾਂ ਦੀ ਗਿਣਤੀ 3 ਤੋਂ 5 ਤੱਕ ਹੋਣੀ ਚਾਹੀਦੀ ਹੈ। ਪਾਤਰ ਬਹੁਤ ਗਤੀਸ਼ੀਲ ਹੋਣੇ ਚਾਹੀਦੇ ਹਨ ਤਾਂ ਜੋ ਇਕਾਂਗੀ ਦਾ ਕਾਰਜ ਤੀਬਰ ਗਤੀ ਨਾਲ ਵਿਕਾਸ ਕਰਦਾ ਹੋਇਆ ਸਿਖਰ ਤੱਕ ਪਹੁੰਚ ਸਕੇ। ਸਮੇਂ ਦੀ ਸੀਮਾ ਕਰਕੇ ਇਕਾਂਗੀਕਾਰ ਨੂੰ ਪਾਤਰ ਉਸਾਰੀ ਵਿੱਚ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਘਟਨਾਵਾਂ ਦੇ ਕ੍ਰਮ, ਵਾਰਤਾਲਾਪ ਅਤੇ ਮਨੋਬਚਨੀ ਤੋਂ ਇਲਾਵਾ ਇਕਾਂਗੀਕਾਰ ਨੂੰ ਪਾਤਰਾਂ ਤੋਂ ਵੀ ਕਾਰਜ ਦੇ ਲੈਣਾ ਪੈਂਦਾ ਪਾਤਰਾਂ ਦੇ ਕਾਰਜ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਅਗਲਾ ਅਹਿਮ ਤੱਤ ਹੈ ਵਾਰਤਾਲਾਪ। ਇਕਾਂਗੀ ਵਿੱਚ ਵਾਰਤਾਲਾਪ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ, ਜਿਸ ਨੂੰ ਸੰਵਾਦ ਵੀ ਕਿਹਾ ਜਾਂਦਾ ਹੈ। ਇਕਾਂਗੀਕਾਰ ਨੇ ਆਪਣਾ ਜੋ ਵੀ ਭਾਵ ਜਾਂ ਉਦੇਸ਼ ਪ੍ਰਗਟ ਕਰਨਾ ਹੁੰਦਾ ਹੈ, ਉਸ ਦਾ ਆਧਾਰ ਵਾਰਤਾਲਾਪ ਹੀ ਬਣਦਾ ਹੈ ਅਤੇ ਇਕਾਂਗੀ ਵਿੱਚ ਵਾਰਤਾਲਾਪ 3 ਕਾਰਜ ਕਰਦਾ ਹੈ। ਪਹਿਲਾ, ਪਲਾਟ ਅਤੇ ਘਟਨਾਵਾਂ ਨੂੰ ਵਿਸਥਾਰ ਦਿੰਦਾ ਹੈ। ਦੂਜਾ, ਕਾਰਜ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ ਅਤੇ ਤੀਜਾ, ਪਾਤਰ ਉਸਾਰੀ ਵਿੱਚ ਸਹਾਇਕ ਹੁੰਦਾ ਹੈ। ਇਸ ਲਈ ਇਕਾਂਗੀ ਵਿਚਲੇ ਵਾਰਤਾਲਾਪ ਦਾ ਸੰਖਿਪਤ, ਸਜੀਵ ਤੇ ਢੁਕਵਾਂ ਅਤੇ ਅਰਥਪੂਰਨ ਹੋਣਾ ਜ਼ਰੂਰੀ ਹੈ। ਅਗਲਾ ਅਹਿਮ ਤੱਤ ਵਾਤਾਵਰਣ। ਵਾਤਾਵਰਣ ਜਾਂ ਦੇਸ਼ ਕਾਲ ਦਾ ਇਕਾਂਗੀ ਵਿੱਚ ਬਹੁਤ ਮਹੱਤਵ ਹੈ। ਇਕਾਂਗੀ ਦੀ ਹਰ ਘਟਨਾ ਕਿਸੇ ਖਾਸ ਦੇਸ਼ ਜਾਂ ਕਾਲ ਵਿੱਚ ਘਟਿਤ ਹੁੰਦੀ ਹੈ। ਇਸ ਲਈ ਇਕਾਂਗੀਕਾਰ ਨੂੰ ਘਟਨਾਵਾਂ ਅਤੇ ਪਾਤਰਾਂ ਦੀ ਯੋਜਨਾ ਉਸ ਦੇਸ਼ ਅਤੇ ਕਾਲ ਦੇ ਅਨੁਸਾਰ ਹੀ ਕਰਨੀ ਚਾਹੀਦੀ ਹੈ। ਅਗਲਾ ਤੱਤ ਹੈ ਭਾਸ਼ਾ ਅਤੇ ਸ਼ੈਲੀ। ਇਕਾਂਗੀ ਦਾ ਸਾਰਾ ਕਾਰਜ ਵਾਰਤਾਲਾਪ ਰਾਹੀਂ ਅਗਲਾ ਪੜਾਅ ਤੈਅ ਕਰਦਾ ਜਾਂਦਾ ਹੈ ਅਤੇ ਵਾਰਤਾਲਾਪ ਦਾ ਸਰੂਪ ਭਾਸ਼ਾ ਅਤੇ ਸ਼ੈਲੀ ਉੱਪਰ ਨਿਰਭਰ ਕਰਦਾ ਹੈ। ਇਕਾਂਗੀ ਦੀ ਭਾਸ਼ਾ ਪਾਤਰਾਂ ਦੇ ਸੁਭਾਅ ਅਤੇ ਭਾਵਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ। ਭਾਸ਼ਾ ਸਰਲ ਤੇ ਸਪਸ਼ਟ ਹੋਣੀ ਚਾਹੀਦੀ ਹੈ ਅਤੇ ਜਿੱਥੇ ਤੱਕ ਸ਼ੈਲੀ ਦਾ ਸਵਾਲ ਹੈ, ਸ਼ੈਲੀ ਤੋਂ ਭਾਵ ਹੈ ਪੇਸ਼ਕਾਰੀ। ਪੇਸ਼ਕਾਰੀ ਦਾ ਢੰਗ। ਸ਼ੈਲੀ ਰੋਚਕ, ਸੰਕੇਤਕ ਤੇ ਸੁਭਾਵਕ ਹੋਣੀ ਚਾਹੀਦੀ ਹੈ। ਇਕਾਂਗੀ ਦੇ ਅਗਲਾ ਤੱਤਾਂ ਵਿੱਚੋਂ ਜਿਸ ਦਾ ਅਸੀਂ ਹੁਣ ਜ਼ਿਕਰ ਕਰਨ ਜਾ ਰਹੇ ਹਾਂ, ਉਹ ਹੈ ਉਦੇਸ਼ ਜਾਂ ਮੰਤਵ। ਕੋਈ ਵੀ ਸਾਹਿਤਿਕ ਰਚਨਾ ਉਦੇਸ਼ ਤੋਂ ਬਿਨਾਂ ਨਹੀਂ ਹੋ ਸਕਦੀ। ਆਪਾਂ ਅਕਸਰ ਕਹਿੰਦੇ ਹਾਂ ਕਿ ਹਰ ਕੰਮ ਕਰਨ ਪਿੱਛੇ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਸੋ ਸਾਹਿਤ ਸਿਰਜਣਾ ਦਾ ਵੀ ਇੱਕ ਨਿਸ਼ਚਿਤ ਉਦੇਸ਼ ਤਾਂ ਸਮਾਜ ਦੀ ਬਿਹਤਰੀ, ਸਮਾਜ ਨੂੰ ਇੱਕ ਸੇਧ ਦੇਣਾ, ਸਮਾਜ ਨੂੰ ਗਿਆਨ ਦੇਣਾ ਹੁੰਦਾ ਹੀ ਹੈ। ਸੋ ਇਕਾਂਗੀਕਾਰ ਵੀ ਕਿਸੇ ਮੰਤਵ ਨੂੰ ਲੈ ਕੇ ਇਕਾਂਗੀ ਦੀ ਰਚਨਾ ਕਰਦਾ ਹੈ। ਉਦੇਸ਼ ਦਾ ਸੰਬੰਧ ਇਕਾਂਗੀ ਦੇ ਵਿਸ਼ੇ ਨਾਲ ਹੀ ਹੁੰਦਾ ਹੈ। ਹਰ ਇੱਕ ਸਾਹਿਤ ਰੂਪ ਦਾ ਮੁੱਖ ਉਦੇਸ਼ ਜੀਵਨ ਦੀ ਵਿਆਖਿਆ ਕਰਨਾ ਹੁੰਦਾ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ। ਸੋ ਜੀਵਨ ਸੰਬੰਧੀ ਸੇਧ ਜਿੰਨੀ ਸਹੀ ਤੇ ਭਾਵਪੂਰਤ ਹੋਵੇਗੀ, ਉਨਾ ਹੀ ਰਚਨਾ ਸਫਲ ਸਮਝੀ ਜਾਵੇਗੀ। ਹੁਣ ਅਗਲਾ ਇਕਾਂਗੀ ਦੇ ਜਿਸ ਤੱਤ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ, ਉਹ ਹੈ ਰੰਗਮੰਚ। ਤੇ ਰੰਗਮੰਚ ਇਕਾਂਗੀ ਸਾਹਿਤਿਕ ਰਚਨਾ ਦਾ ਸਭ ਤੋਂ ਅਹਿਮ, ਜਿਸ ਨੂੰ ਕਹਿ ਲਈਏ ਕਿ ਮੂਲ ਤੱਤ ਹੁੰਦਾ ਹੈ। ਇਕਾਂਗੀ ਨਾਟਕ ਕਿਉਂਕਿ ਇੱਕ ਦਰਸ਼ਨੀ ਕਲਾ ਹੈ, ਇਸ ਲਈ ਰੰਗਮੰਚ ਅਨੁਕੂਲਤਾ ਇਸ ਲਈ ਬਹੁਤ ਜ਼ਰੂਰੀ ਹੈ। ਇਕਾਂਗੀ ਦੇ ਕਾਰਜ ਨੂੰ
ਰੰਗਮੰਚ ਉੱਤੇ ਪੇਸ਼ ਕਰਨ ਲਈ ਜ਼ਰੂਰੀ ਹੈ ਕਿ ਇਸ ਵਿੱਚ ਕੋਈ ਵੀ ਅਜਿਹੀ ਘਟਨਾ, ਪਾਤਰ ਜਾਂ ਵੇਰਵਾ ਨਾ ਹੋਵੇ ਜਿਸ ਨੂੰ ਰੰਗਮੰਚ ਉੱਤੇ ਸਾਕਾਰ ਨਾ ਕੀਤਾ ਜਾ ਸਕੇ। ਕਿਸੇ ਵੀ ਇਕਾਂਗੀ ਨੂੰ ਉਦੋਂ ਤੱਕ ਸਫਲ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਉਸ ਨੂੰ ਸਫਲਤਾ ਨਾਲ ਰੰਗਮੰਚ ਉੱਤੇ ਪੇਸ਼ ਨਾ ਕੀਤਾ ਜਾ ਸਕੇ। ਸੋ ਸਾਹਿਤ ਦੇ ਵਿੱਚ ਇਕਾਂਗੀ ਦੇ ਮੂਲ ਤੱਤ ਜਿਨ੍ਹਾਂ ਦੇ ਸੰਯੋਜਨ ਤੋਂ ਮਿਲ ਕੇ ਇਕਾਂਗੀ ਸਾਹਿਤ ਰੂਪ ਆਪਣਾ ਆਕਾਰ ਗ੍ਰਹਿਣ ਕਰਦਾ ਹੈ, ਉਹਨਾਂ ਦੇ ਵਿੱਚੋਂ ਰੰਗਮੰਚ ਬਹੁਤ ਅਹਿਮ ਉਸ ਦੀ ਇੱਕ ਕੜੀ ਹੈ। ਅਤੇ ਉਮੀਦ ਕਰਦਾ ਕਿ ਇਕਾਂਗੀ ਸਾਹਿਤ ਰੂਪ ਦੇ ਬਾਰੇ ਜੋ ਵਿਚਾਰ ਚਰਚਾ ਆਪਾਂ ਅੱਜ ਇਸ ਲੈਕਚਰ ਦੇ ਰਾਹੀਂ ਕੀਤੀ ਹੈ, ਇਹ ਤੁਹਾਡੇ ਬਹੁਤ ਜੋ ਪੜ੍ਹਾਈ ਦੇ ਵਿੱਚ, ਤੁਹਾਨੂੰ ਸਮਝਣ ਦੇ ਵਿੱਚ, ਇਸ ਸੰਕਲਪ ਦੇ ਪ੍ਰਤੀ ਆਪਣਾ ਇੱਕ ਨਜ਼ਰੀਆ ਬਣਾਉਣ ਦੇ ਵਿੱਚ ਸਹਾਇਕ ਸਿੱਧ ਹੋਵੇਗੀ। ਧੰਨਵਾਦ।